ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਡੂਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਰੌਣਕਾਂ ਲਾਈਆਂ ਨੇ, ਰਹਿਮਤਾਂ ਵਰਸਾ ਰਹੇ ਨੇ। ਕਈ ਗੁਰਸਿੱਖ ਗੁਰੂ ਸਾਹਿਬ ਜੀ ਦੀ ਸ਼ਰਣੀ ਆ ਕੇ ਉਪਦੇਸ਼ ਲੈਂਦੇ ਨੇ ਔਰ ਆਪਣੇ ਜੀਵਨ ਨੂੰ ਸਫਲ ਕਰ ਰਹੇ ਨੇ। ਸਾਡਾ ਇਤਿਹਾਸ ਦੱਸਦਾ ਹੈ ਕਿ ਇੱਕ ਭਾਈ ਜੀਵਾ ਨਾਮ ਦਾ ਸਿੱਖ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਣੀ ਆ ਕੇ ਸੇਵਾ ਕਰਦਾ ਹੈ। ਜੇਠ ਦਾ ਮਹੀਨਾ ਚੱਲ ਰਿਹਾ ਸੀ ਔਰ ਇਹ ਮਹੀਨਾ ਲੋਆਂ ਤੇ ਹਨੇਰੀਆਂ ਦੀ ਰੁੱਤ ਸੀ। ਲੋਆਂ ਤੇ ਹਨੇਰੀਆਂ ਦੀ ਰੁੱਤ ਚੱਲ ਰਹੀ ਹੈ। ਭਾਈ ਜੀਵਾ ਜੋ ਗੁਰੂ ਸਾਹਿਬ ਜੀ ਦੇ ਦਰ 'ਤੇ ਸੇਵਾ ਕਰਦਾ ਹੈ, ਗੁਰੂ ਜੀ ਲਈ ਖਿਚੜੀ ਬਣਾਉਣ ਦੀ ਸੇਵਾ ਕਰਦਾ ਹੈ। ਇਤਿਹਾਸ ਦੱਸਦਾ ਹੈ ਕਿ ਇੱਕ ਦਿਨ ਆਪ ਜੀ ਗੁਰੂ ਸਾਹਿਬ ਲਈ ਖਿਚੜੀ ਬਣਾਉਣ ਦਾ ਯਤਨ ਕਰ ਰਹੇ ਸੀ, ਅੱਗ ਬਾਲਣ ਦਾ ਯਤਨ ਕਰ ਰਹੇ ਸੀ, ਪਰ ਉੱਧਰੋਂ ਹਨੇਰੀ ਲਗਾਤਾਰ ਚੱਲ ਰਹੀ ਸੀ ਔਰ ਹਨੇਰੀ ਲਗਾਤਾਰ ਚੱਲਣ ਦੇ ਕਾਰਨ ਭਾਈ ਜੀਵਾ ਜੀ ਤੋਂ ਅੱਗ ਨਹੀਂ ਸੀ ਬਲ ਰਹੀ, ਪਰ ਆਪ ਜੀ ਖਿਚੜੀ ਵੀ ਬਣਾਉਣਾ ਚਾਹੁੰਦੇ ਸਨ। ਲੰਮਾ ਸਮਾਂ ਆਪ ਜੀ ਨੇ ਇੰਤਜ਼ਾਰ ਕੀਤਾ ਪਰ ਹਨੇਰੀ ਹਟੀ ਨਹੀਂ। ਆਖਰ ਇਹ ਸਿੱਖ ਗੁਰੂ ਪਾਸ ਆਇਆ, ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਆਪ ਜੀ ਲਈ ਖਿਚੜੀ ਬਣਾਉਣੀ ਹੈ ਪਰ ਹਨੇਰੀ ਚੱਲਣ ਦੇ ਕਰਕੇ ਅੱਗ ਨਹੀਂ ਮੈਂ ਬਾਲ ਪਾ ਰਿਹਾ, ਆਪ ਜੀ ਕਿਰਪਾ ਕਰੋ ਇਸ ਹਨੇਰੀ ਨੂੰ ਰੋਕ ਦੇਵੋ। ਗੁਰੂ ਅੰਗਦ ਸਾਹਿਬ ਜੀ ਮੁਸਕਰਾਏ ਔਰ ਕਹਿਣ ਲੱਗੇ, ਭਾਈ ਜੀਵਾ ਜੀ ਇਹ ਹਨੇਰੀ ਪਰਮਾਤਮਾ ਦੇ ਹੁਕਮ 'ਚ ਚੱਲ ਰਹੀ ਹੈ ਤੇ ਜਿਹਦੇ ਹੁਕਮ 'ਚ ਚੱਲ ਰਹੀ ਹੈ ਉਹਦੇ ਹੁਕਮ 'ਚ ਰੁਕ ਵੀ ਜਾਵੇਗੀ, ਹਟ ਜਾਵੇਗੀ। ਉਹਦਾ ਹੁਕਮ ਹੈ, ਚੱਲ ਰਹੀ ਹੈ, ਉਹਦਾ ਹੁਕਮ ਹੋਵੇਗਾ ਤੇ ਹਨੇਰੀ ਹਟ ਵੀ ਜਾਵੇਗੀ। ਭਾਈ ਜੀਵਾ ਜੀ ਕਹਿ ਲੱਗੇ, ਪਾਤਸ਼ਾਹ ਮੰਨਿਆ ਉਹਦੇ ਹੁਕਮ 'ਚ ਚੱਲ ਰਹੀ ਹੈ, ਪਰ ਆਪ ਵੀ ਬੜੇ ਵੱਡੇ ਹੋ, ਤੁਸੀਂ ਵੀ ਇਹ ਰੋਕ ਸਕਦੇ ਹੋ। ਤੇ ਗੁਰੂ ਅੰਗਦ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਜੀਵਾ ਜੀ ਵਡੱਪਨ ਉਹਦੇ ਹੁਕਮ ਦੀ ਉਲੰਘਣਾ ਕਰਨ ਦੇ ਵਿੱਚ ਨਹੀਂ, ਵੱਡਾ ਤਾਂ ਉਹ ਹੁੰਦਾ ਹੈ, ਵਡੱਪਨ ਤਾਂ ਉਹਦੇ ਹੁਕਮ ਦੀ ਪਾਲਣਾ ਕਰਨ ਦੇ ਵਿੱਚ ਹੁੰਦਾ ਹੈ। ਮਹਾਰਾਜ ਕਹਿਣ ਲੱਗੇ, ਜਿਹੜਾ ਉਹਦੇ ਹੁਕਮ ਦੀ ਪਾਲਣਾ ਕਰਦਾ ਹੈ ਉਹੀ ਸਭ ਤੋਂ ਵੱਡਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤਾਂ ਸਿੱਖੀ ਦਾ ਸਭ ਤੋਂ ਪਹਿਲਾ ਲੈਸਨ ਹੀ ਇਹ ਦਿੱਤਾ ਹੈ ਕਿ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਉਹਦੇ ਹੁਕਮ ਨੂੰ ਸੱਤ ਕਰਕੇ ਮੰਨਣਾ। ਇਹ ਸਿੱਖੀ ਦਾ ਪਹਿਲਾ ਚੈਪਟਰ ਹੈ। ਨਾਲੇ ਜੀਵਾ ਜੀ ਤੁਸੀਂ ਆਪਣੇ ਪੱਖ ਤੋਂ ਨਾ ਸੋਚੋ, ਇਹ ਵੀ ਸੋਚੋ ਕਿ ਇਹ ਹਨੇਰੀ ਨੇ ਬੜਿਆਂ ਦਾ ਭਲਾ ਵੀ ਕਰਨਾ ਹੈ। ਇਸ ਕਰਕੇ ਇਸ ਹਨੇਰੀ ਨੂੰ ਪਰਮਾਤਮਾ ਦਾ ਹੁਕਮ ਮੰਨੋ ਔਰ ਉਹਦੇ ਹੁਕਮ ਦੇ ਵਿੱਚ ਰੁਕਣ ਦਾ ਇੰਤਜ਼ਾਰ ਕਰੋ, ਨਹੀਂ ਤੇ ਕੋਈ ਦੂਸਰਾ ਹੀਲਾ ਕਰ ਲਵੋ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਉਪਦੇਸ਼ ਦੇ ਰਾਹੀਂ ਉਸ ਦੁਨੀਆ ਨੂੰ ਸਮਝਾ ਦਿੱਤਾ ਕਿ ਭਾਵੇਂ ਗੁਰੂ ਸਭ ਕੁਝ ਕਰਨ ਦੇ ਸਮਰੱਥ ਹੈ, ਪਰ ਹੁਕਮ ਦੀ ਪਾਲਣਾ ਕਰਨਾ ਇਹ ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲ ਦਿੱਤੀ ਹੈ, ਪ੍ਰਾਇਓਰਿਟੀ ਰੱਖੀ ਹੈ। ਸੋ ਇਸ ਪ੍ਰਕਾਰ ਸਤਿਗੁਰੂ ਜੀ ਆਪਣੇ ਜੀਵਨ ਤੋਂ ਗੁਰਬਾਣੀ ਨੂੰ ਅਮਲ ਕਰਨਾ ਸਿਖਾ ਰਹੇ ਨੇ। ਜਿੱਥੇ ਭਾਈ ਜੀਵਾ ਨੂੰ ਉਪਦੇਸ਼ ਦਿੱਤਾ, ਜਿੱਥੇ ਹੋਰ ਰਹਿਮਤਾਂ ਵਰਸ ਰਹੀਆਂ ਨੇ, ਉੱਥੇ ਸਾਧ ਸੰਗਤ ਲੰਗਰ ਦਾ ਪ੍ਰਵਾਹ ਚੱਲ ਰਿਹਾ ਹੈ। ਮਾਤਾ ਖੀਵੀ ਜੀ ਆਗੂ ਬਣ ਕੇ ਇਸ ਲੰਗਰ ਦੀ ਸੇਵਾ ਕਰ ਰਹੇ ਨੇ, ਘਿਓ ਦੀ ਖੀਰ ਬਣਾ ਕੇ ਵਰਤਾ ਰਹੇ ਨੇ। ਜਿੱਥੇ ਇਹ ਲੰਗਰ ਦੀ ਸੇਵਾ ਚੱਲ ਰਹੀ ਹੈ ਉੱਥੇ ਪੰਗਤ ਦਾ ਸਿਧਾਂਤ ਵੀ ਚੱਲ ਰਿਹਾ ਹੈ। ਗੁਰੂ ਸਾਹਿਬ ਜੀ ਇਸ ਗੱਲ 'ਤੇ ਬਹੁਤ ਜ਼ੋਰ ਦੇ ਰਹੇ ਨੇ ਵੀ ਕਿਸੇ ਨਾਲ ਵਿਤਕਰਾ ਨਾ ਹੋਵੇ, ਕਿਉਂਕਿ ਪੰਗਤ ਦਾ ਸਿਧਾਂਤ ਹੀ ਇਹ ਹੈ ਕਿ ਭਾਵੇਂ ਕੋਈ ਅਮੀਰ ਹੋਵੇ, ਗਰੀਬ ਹੋਵੇ, ਇੱਕੋ ਪੰਗਤ ਦੇ ਵਿੱਚ ਬੈਠ ਕੇ ਛਕੇਗਾ। ਤੋ ਇਸ ਤਰ੍ਹਾਂ ਲੰਗਰ ਦਾ ਪ੍ਰਵਾਹ ਚੱਲ ਰਿਹਾ ਸੀ। ਦੂਰੋਂ ਦੂਰੋਂ ਸੰਗਤ ਆ ਰਹੀ ਹੈ ਔਰ ਸੰਗਤ ਦਾ ਬਹੁਤ ਵੱਡਾ ਇਕੱਠ ਹੋਣਾ ਸ਼ੁਰੂ ਹੋ ਗਿਆ। ਇਸ ਕਰਕੇ ਲੰਗਰ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਔਰ ਸੇਵਾਦਾਰਾਂ ਦੀ ਵੀ ਜ਼ਰੂਰਤ ਸੀ। ਮਾਤਾ ਖੀਵੀ ਜੀ ਨੂੰ ਸਹਾਇਤਾ ਦੇ ਵਾਸਤੇ ਕੋਈ ਰਸੋਈਆ ਚਾਹੀਦਾ ਸੀ। ਸਾਡਾ ਇਤਿਹਾਸ ਦੱਸਦਾ ਹੈ ਕਿ ਆਖਰ ਇੱਕ ਬ੍ਰਾਹਮਣ ਜਿਸ ਦਾ ਨਾਮ ਸੀ ਜੋਧ, ਇਹ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਣੀ ਆਉਂਦਾ ਹੈ। ਗੁਰੂ ਅੰਗਦ ਸਾਹਿਬ ਦੀ ਸ਼ਰਣੀ ਆ ਕੇ ਕੀਰਤਨ ਦਾ ਐਸਾ ਅਸਰ ਹੋਇਆ ਕਿ ਇੱਥੇ ਹੀ ਸੇਵਾ ਕਰਨ ਲਈ ਰੁਕ ਜਾਂਦਾ ਹੈ। ਆਪ ਜੀ ਨੇ ਬੇਨਤੀ ਕੀਤੀ, ਪਾਤਸ਼ਾਹ ਅੱਜ ਤੋਂ ਬਾਅਦ ਮੈਂ ਇੱਥੇ ਹੀ ਸੇਵਾ ਕਰਿਆ ਕਰਾਂਗਾ। ਗੁਰੂ ਸਾਹਿਬ ਦਾ ਹੁਕਮ ਪਾ ਕੇ ਇਹ ਖਡੂਰ ਦੀ ਧਰਤੀ 'ਤੇ ਹੀ ਸੰਗਤਾਂ ਦੇ ਲਈ ਲੰਗਰ ਦੀ ਸੇਵਾ ਦੇ ਵਿੱਚ ਆਪ ਜੁੜ ਗਿਆ। ਕਹਿੰਦੇ ਨੇ ਕਿ ਇਹਨੇ ਜਿੱਥੇ ਲੰਗਰ ਦੇ ਵਿੱਚ ਹੱਥ ਵਟਾਉਣਾ, ਇਹ ਪੂਰੀ ਤਰ੍ਹਾਂ ਚਿੰਤਨ ਕਰਨਾ ਵੀ ਕੋਈ ਵੀ ਗੁਰਸਿੱਖ ਰਹਿ ਨਾ ਜਾਵੇ ਜਿਹਨੂੰ ਲੰਗਰ ਨਾ ਮਿਲਿਆ ਹੋਵੇ। ਬੜਾ ਫਿਕਰ ਕਰਕੇ ਇਹਨੇ ਲੰਗਰ ਦੀ ਸੇਵਾ ਕਰਨੀ। ਉਹਦੇ ਨਾਲ ਹੀ ਇਹਨੇ ਰਸਤ ਵੀ ਸਾਂਭਣੀ, ਬੜੀ ਜ਼ਿੰਮੇਵਾਰੀ ਨਾਲ ਸਾਂਭਣੀ, ਕਿਉਂਕਿ ਇਹਨੂੰ ਹਰ ਵਕਤ ਇਹੀ ਫਿਕਰ ਲੱਗਾ ਰਹਿੰਦਾ ਸੀ ਵੀ ਕਿਤੇ ਕੋਈ ਰਸਤ ਖਰਾਬ ਨਾ ਹੋ ਜਾਵੇ, ਕਿਉਂਕਿ ਇਹ ਗੁਰੂ ਦੇ ਦਸਵੰਧ ਤੋਂ ਬਣੀ ਹੈ ਤੇ ਗੁਰੂ ਦੀ ਦੌਲਤ ਖਰਾਬ ਨਹੀਂ ਹੋਣੀ ਚਾਹੀਦੀ। ਇਹ ਰਸਦ ਬੇਕਾਰ ਨਹੀਂ ਜਾਣੀ ਚਾਹੀਦੀ, ਖਰਾਬ ਨਹੀਂ ਹੋਣੀ ਚਾਹੀਦੀ। ਇਸ ਕਰਕੇ ਇਹ ਬ੍ਰਾਹਮਣ ਜੋਧ ਰਸਦ ਦਾ ਵੀ ਪੂਰਾ ਖਿਆਲ ਰੱਖਦਾ ਸੀ ਵੀ ਕਿਤੇ ਇਹ ਰਸਦ ਖਰਾਬ ਨਾ ਹੋ ਜਾਵੇ।
ਜਿੱਥੇ ਇਹ ਲੰਗਰ ਦੇ ਵਿੱਚ ਸੇਵਾ ਕਰਦਾ ਸੀ, ਰਸਦ ਬੜੀ ਜ਼ਿੰਮੇਵਾਰੀ ਨਾਲ ਸਾਂਭਦਾ ਸੀ, ਉੱਥੇ ਇਹ ਮਾਇਆ ਦਾ ਹਿਸਾਬ ਕਿਤਾਬ ਵੀ ਰੱਖਦਾ ਸੀ। ਇਸ ਗੱਲ ਦੀ ਚਿੰਤਾ ਦੇ ਵਿੱਚ ਵੀ ਲੱਗਾ ਰਹਿੰਦਾ ਸੀ ਵੀ ਕਿਤੇ ਇਹ ਮਾਇਆ ਗਲਤ ਪਾਸੇ ਨਾ ਲੱਗ ਜਾਵੇ, ਕਿਤੇ ਇਹ ਮਾਇਆ ਦਾ ਨੁਕਸਾਨ ਨਾ ਹੋ ਜਾਵੇ, ਕਿਤੇ ਇਹ ਮਾਇਆ ਦੇ ਹਿਸਾਬ ਕਿਤਾਬ ਦੇ ਵਿੱਚ ਗੜਬੜ ਨਾ ਹੋ ਜਾਵੇ, ਕਿਉਂਕਿ ਇਹ ਜੋਧ ਨਹੀਂ ਸੀ ਚਾਹੁੰਦਾ ਕਿ ਉਸ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਸਦਕਾ ਜਿੰਨੀ ਭੇਟਾ ਆ ਰਹੀ ਹੈ ਇਹ ਕਿਤੇ ਵਿਅਰਥ ਜਾਵੇ, ਇਹ ਸਹੀ ਪਾਸੇ ਹੀ ਲੱਗਣੀ ਚਾਹੀਦੀ ਹੈ। ਜਿੱਥੇ ਭਾਈ ਜੋਧ ਜੀ ਬੜੀ ਚੰਗੀ ਨੀਅਤ ਦੇ ਨਾਲ ਇਸ ਤਰ੍ਹਾਂ ਸੇਵਾ ਕਰ ਰਹੇ ਨੇ, ਉੱਥੇ ਆਪ ਜੀ ਨੂੰ ਕੋਈ ਲਾਲਚ ਵੀ ਨਹੀਂ ਹੈ। ਆਪ ਜੀ ਕੋਈ ਨੌਕਰੀ ਨਹੀਂ ਕਰ ਰਹੇ, ਬਸ ਸੇਵਾ ਭਾਵਨਾ ਨਾਲ ਕਰ ਰਹੇ ਨੇ, ਕੋਈ ਇੱਛਾ ਨਹੀਂ, ਕੋਈ ਲਾਲਚ ਨਹੀਂ। ਇਤਿਹਾਸ ਤਾਂ ਇੱਥੋਂ ਤੱਕ ਦੱਸਦਾ ਹੈ ਕਿ ਆਪ ਜੀ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਵੀ ਨਹੀਂ ਸੀ ਛਕਦੇ। ਫਿਰ ਕਿੱਥੋਂ ਛਕਦੇ ਸੀ? ਇਤਿਹਾਸ ਦੇ ਮੁਤਾਬਕ ਇਹ ਭਾਈ ਜੋਧ ਜੀ ਜਦੋਂ ਸੰਗਤ ਲੰਗਰ ਛਕ ਕੇ ਹਟ ਜਾਂਦੀ, ਉਹਨਾਂ ਦੇ ਬਚੇ ਖੁਚੇ ਖਾਣੇ ਨੂੰ ਖਾ ਕੇ ਆਪਣਾ ਗੁਜ਼ਾਰਾ ਕਰਦੇ ਸੀ। ਸੰਗਤ ਜਦੋਂ ਲੰਗਰ ਛਕਦੀ ਅਤੇ ਜਿਹੜੇ ਪੱਤਲਾਂ ਦੇ ਵਿੱਚ ਲੰਗਰ ਛਕਦੀ ਸੀ, ਕਿਉਂਕਿ ਇੱਕ ਅੱਧਾ ਤਿਨਕਾ ਤਾਂ ਰਹਿ ਹੀ ਜਾਂਦਾ ਨਾ ਹਰ ਪੱਤਲ ਦੇ ਵਿੱਚ, ਉਹ ਪੱਤਲ ਫਿਰ ਇੱਕ ਥਾਂ ਇਕੱਠੇ ਹੋ ਜਾਂਦੇ ਅਤੇ ਭਾਈ ਜੋਧ ਜੀ ਉਹਨਾਂ ਪੱਤਲਾਂ ਦੇ ਵਿੱਚੋਂ ਜਿਵੇਂ ਚਿੜੀਆਂ ਚੋਗਾ ਚੁਗਦੀਆਂ ਨੇ ਉਵੇਂ ਚੁਗ ਕੇ ਲੰਗਰ ਛਕ ਕੇ ਆਪਣਾ ਨਿਰਬਾਹ ਕਰਦੇ ਸੀ। ਇਸ ਤਰ੍ਹਾਂ ਜਦੋਂ ਨਿਰਬਾਹ ਕਰ ਰਹੇ ਨੇ, ਇੰਨੀ ਸੇਵਾ ਭਾਵਨਾ ਕਰਦੇ ਨੇ, ਮਾਤਾ ਖੀਵੀ ਜੀ ਬਹੁਤ ਖੁਸ਼ ਹੁੰਦੇ ਨੇ। ਪਰ ਇੱਕ ਦਿਨ ਮਾਤਾ ਖੀਵੀ ਜੀ ਨੂੰ ਪਤਾ ਲੱਗ ਗਿਆ ਕਿ ਭਾਈ ਜੋਧ ਜੀ ਲੰਗਰ ਦੀ ਪੰਗਤ 'ਚ ਬੈਠ ਕੇ ਨਹੀਂ ਛਕਦੇ, ਆਪ ਜੀ ਸੰਗਤ ਦਾ ਬਚਿਆ ਜੂਠਾ ਖਾਣਾ ਖਾ ਕੇ ਨਿਰਬਾਹ ਕਰ ਰਹੇ ਹਨ। ਮਾਤਾ ਖੀਵੀ ਜੀ ਭਾਈ ਜੋਧ ਜੀ ਪਾਸ ਆਉਂਦੇ ਨੇ ਔਰ ਕਹਿਣ ਲੱਗੇ, ਜੋਧ ਤੂੰ ਲੰਗਰ ਦੀ ਬਹੁਤ ਸੇਵਾ ਕਰਦਾ ਹੈ, ਪਰ ਤੂੰ ਆ ਲੰਗਰ ਕਿਵੇਂ ਛਕਦਾ ਹੈ? ਸੰਗਤ ਦਾ ਬਚਿਆ ਜੂਠਾ ਖਾਣਾ ਖਾ ਕੇ। ਇਸ ਤਰ੍ਹਾਂ ਨਹੀਂ ਕਰਨਾ। ਭਾਈ ਜੋਧ ਜੀ ਨੇ ਹੱਥ ਜੋੜੇ, ਕਹਿਣ ਲੱਗੇ, ਮਾਤਾ ਜੀ ਮੈਨੂੰ ਖਿਮਾ ਕਰ ਦਿਓ, ਮੈਂ ਇਸ ਤਰ੍ਹਾਂ ਹੀ ਕਰਾਂਗਾ, ਕਿਰਪਾ ਕਰਕੇ ਮੈਨੂੰ ਬਖਸ਼ ਦਿਓ, ਮੈਂ ਇਸ ਤਰ੍ਹਾਂ ਕਰਨੋਂ ਹਟ ਨਹੀਂ ਸਕਦਾ। ਮਾਤਾ ਖੀਵੀ ਜੀ ਨੇ ਬੜੀ ਵਾਰ ਸਮਝਾਇਆ, 2-3 ਵਾਰੀ ਸਮਝਾਉਣ ਤੋਂ ਬਾਅਦ ਵੀ ਜਦੋਂ ਭਾਈ ਜੋਧ ਨਹੀਂ ਹਟੇ, ਆਖਰ ਮਾਤਾ ਖੀਵੀ ਜੀ ਗੁਰੂ ਅੰਗਦ ਸਾਹਿਬ ਪਾਸ ਜਾਂਦੇ ਨੇ ਔਰ ਉੱਥੇ ਬੇਨਤੀ ਕਰਦੇ ਨੇ, ਪਾਤਸ਼ਾਹ ਇਹ ਜੋਧ ਬੜੀ ਸੇਵਾ ਭਾਵਨਾ ਵਾਲਾ ਹੈ, ਉਦਮਸ਼ੀਲ ਹੈ, ਸੇਵਾ ਬਹੁਤ ਕਰਦਾ ਹੈ, ਕੋਈ ਲਾਲਚ ਨਹੀਂ, ਪਰ ਇੱਕ ਇਹਦੇ ਵਿੱਚ ਨੁਕਸ ਇਹ ਹੈ ਕਿ ਇਹ ਸੰਗਤ ਦਾ ਬਚਿਆ ਜੂਠਾ ਖਾਣਾ ਖਾਂਦਾ ਹੈ। ਗੁਰੂ ਅੰਗਦ ਸਾਹਿਬ ਜੀ ਇਸ ਪ੍ਰਕਾਰ ਇੱਕ ਦਿਨ ਲੰਗਰ ਦੇ ਵਿੱਚ ਆਉਂਦੇ ਨੇ ਔਰ ਪੁੱਛ ਲੈਂਦੇ ਨੇ, ਜੋਧ ਤੂੰ ਸੇਵਾ ਬਹੁਤ ਕਰਦਾ ਹੈ, ਪਰ ਇਹ ਦੱਸ ਵੀ ਤੂੰ ਲੰਗਰ ਕਿੱਥੋਂ ਛਕਦਾ ਹੈ? ਭਾਈ ਜੋਧ ਸਭ ਕੁਝ ਸੱਚ ਦੱਸ ਦਿੰਦੇ ਨੇ। ਕਹਿਣ ਲੱਗੇ, ਪਾਤਸ਼ਾਹ ਮੈਂ ਸੰਗਤ ਦਾ ਬਚਿਆ ਖਾਣਾ ਚਿੜੀ ਦੇ ਚੋਗੇ ਵਾਂਗੂ ਛਕਦਾ ਹੈ। ਮਹਾਰਾਜ ਕਹਿਣ ਲੱਗੇ, ਜੋਧ ਤੂੰ ਇਸ ਤਰ੍ਹਾਂ ਕਿਉਂ ਕਰਦਾ ਹੈ? ਭਾਈ ਜੋਧ ਜੀ ਕਹਿਣ ਲੱਗੇ, ਪਾਤਸ਼ਾਹ ਤੁਸੀਂ ਤਾਂ ਜਾਨੀ ਜਾਨ ਹੋ, ਅੰਤਰਜਾਮੀ ਹੋ, ਤੁਸੀਂ ਸਭ ਕੁਝ ਜਾਣਦੇ ਹੋ। ਦਾਤਾਰ ਮੈਂ ਇਸ ਤਰ੍ਹਾਂ ਇਸ ਕਰਕੇ ਕਰਦਾ ਹੈ ਕਿਉਂਕਿ ਤੁਸੀਂ ਜਾਣਦੇ ਹੋ ਮੈਂ ਜਾਤ ਕਰਕੇ ਬ੍ਰਾਹਮਣ ਹਾਂ ਅਤੇ ਤੁਹਾਡੀ ਸ਼ਰਣੀ ਆਉਣ ਤੋਂ ਪਹਿਲਾਂ ਮੇਰੇ ਅੰਦਰ ਜਾਤ ਦਾ ਬਹੁਤ ਅਹੰਕਾਰ ਸੀ, ਬਹੁਤ ਅਭਿਮਾਨ ਸੀ, ਮੇਰਾ ਮਨ ਬਹੁਤ ਹੰਕਾਰੀ ਹੈ। ਪਰ ਤੁਹਾਡੀ ਸ਼ਰਣੀ ਆ ਕੇ ਮੈਨੂੰ ਇਹ ਸੋਝੀ ਪਈ ਕਿ ਇਹ ਜਾਤ ਦਾ ਹੰਕਾਰ ਸਾਡਾ ਜੀਵਨ ਡਬੋ ਰਿਹਾ ਹੈ। ਪਾਤਸ਼ਾਹ ਮੈਂ ਇਸ ਜਾਤ ਦੇ ਅਭਿਮਾਨ ਨੂੰ ਨਹੀਂ ਰੱਖਣਾ ਚਾਹੁੰਦਾ ਅਤੇ ਮੈਂ ਸੰਗਤ ਦਾ ਜੂਠਾ ਖਾਣਾ ਇਸ ਕਰਕੇ ਖਾਣਾ ਹੈ ਤਾਂ ਕਿ ਮੈਂ ਆਪਣੀ ਇਸ ਜਾਤ ਰੂਪੀ ਹੰਕਾਰ ਦੇ ਭੂਤ ਨੂੰ ਮੈਂ ਆਪਣੇ ਮਨ ਦੇ ਵਿੱਚੋਂ ਭਜਾ ਸਕਾਂ। ਮਹਾਰਾਜ ਇਸ ਸੰਗਤ ਦਾ ਜੂਠਾ ਖਾਣਾ ਮੇਰੇ ਲਈ ਦਵਾਈ ਦਾ ਕੰਮ ਕਰ ਰਿਹਾ ਮਹਾਰਾਜ, ਇਸ ਕਰਕੇ ਮੈਂ ਇਹ ਜੂਠਾ ਖਾਣਾ ਖਾਣਾ ਹੈ। ਮਹਾਰਾਜ ਜੀ ਮੁਸਕਰਾਏ ਅਤੇ ਕਹਿਣ ਲੱਗੇ, ਜੋਧ ਹੁਣ ਤਾਂ ਅਭਿਮਾਨ ਦੂਰ ਹੋ ਗਿਆ, ਹੁਣ ਤਾਂ ਹੰਕਾਰ ਦੂਰ ਹੋ ਗਿਆ, ਇਸ ਕਰਕੇ ਅੱਜ ਤੋਂ ਬਾਅਦ ਤੂੰ ਐਸਾ ਖਾਣਾ ਨਹੀਂ ਖਾਣਾ। ਮਹਾਰਾਜ ਕਹਿੰਦੇ, ਜੋਧ ਇੱਕ ਗੱਲ ਚੰਗੀ ਤਰ੍ਹਾਂ ਯਾਦ ਰੱਖੀ, ਸਿੱਖ ਦੇ ਵਿੱਚ ਨਿਮਰਤਾ ਜ਼ਰੂਰੀ ਹੈ, ਨਿਮਰ ਭਾਵ ਜ਼ਰੂਰ ਹੋਣਾ ਚਾਹੀਦਾ ਹੈ, ਪਰ ਸਿੱਖ ਕਿਤੇ ਇੰਨਾ ਨੀਵਾਂ ਵੀ ਨਾ ਡਿੱਗ ਪਵੇ ਕਿ ਨਿਮਰਤਾ ਦੀ ਜਗ੍ਹਾ ਉਹਦੇ ਅੰਦਰ ਹੀਨ ਭਾਵਨਾ ਪੈਦਾ ਹੋ ਜਾਵੇ। ਮਹਾਰਾਜ ਕਹਿੰਦੇ ਨਿਮਰਤਾ ਅਤੇ ਹੀਨਤਾ ਦੇ ਵਿੱਚ ਬਹੁਤ ਫਰਕ ਹੈ। ਅਸੀਂ ਨਿਮਰਤਾ ਤਾਂ ਧਾਰਨ ਕਰਨੀ ਹੈ, ਪਰ ਕਿਤੇ ਸਾਡੇ ਅੰਦਰ ਹੀਨਤਾ ਨਾ ਆ ਜਾਵੇ। ਮਹਾਰਾਜ ਕਹਿੰਦੇ ਇੰਨਾ ਨੀਵਾਂ ਨਾ ਡਿੱਗੋ ਕਿ ਅੰਦਰ ਹੀਨ ਹੋ ਜਾਵੇ, ਹੀਨਤਾ ਆ ਜਾਵੇ। ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਤੁਸੀਂ ਜੂਠਾ ਖਾਣਾ ਨਹੀਂ ਛਕੋਗੇ, ਤੁਸੀਂ ਸੁੱਚਾ ਖਾਣਾ ਛਕੋਗੇ। ਮਹਾਰਾਜ ਨੇ ਆਪ ਜੀ ਦੇ ਸਿਰ 'ਤੇ ਹੱਥ ਰੱਖਿਆ, ਨਾਮਦਾਨ ਦਿੱਤਾ, ਆਪ ਜੀ ਦੇ ਅੰਦਰ ਨਾਮ ਦਾ ਪ੍ਰਵਾਹ ਚੱਲ ਗਿਆ। ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਸੁੱਚਾ ਖਾਣਾ ਭਾਈ ਜੋਧ ਦੇ ਅੱਗੇ ਪਰੋਸਿਆ ਔਰ ਆਪਣੇ ਹੱਥੀਂ ਖਾਣਾ ਛਕਾਇਆ। ਹੁਣ ਭਾਈ ਜੋਧ ਜੀ ਰੋਜ਼ ਸੁੱਚਾ ਖਾਣਾ ਛਕਦੇ ਨੇ। ਕਹਿੰਦੇ ਨੇ ਇੱਕ ਦਿਨ ਕਿਸੇ ਸਿੱਖ ਨੇ ਹਾਸੇ ਦੇ ਵਿੱਚ ਹੀ ਮਿਹਣਾ ਮਾਰ ਦਿੱਤਾ, ਕਹਿਣ ਲੱਗੇ, ਜੋਧ ਤੂੰ ਪਹਿਲਾਂ ਤਾਂ ਜੂਠਾ ਖਾਣਾ ਖਾਂਦਾ ਸੀ, ਹੁਣ ਸੁੱਚਾ ਖਾ ਰਿਹਾ, ਹੁਣ ਸੁੱਚਾ ਖਾਣਾ ਸ਼ੁਰੂ ਕਰ ਦਿੱਤਾ।
ਭਾਈ ਜੋਧ ਵੀ ਹੱਸ ਕੇ ਜਵਾਬ ਦਿੰਦੇ ਨੇ, ਕਹਿਣ ਲੱਗੇ ਗੁਰੂ ਕਿਆ ਸਿੱਖਾ, ਪਹਿਲਾਂ ਮੇਰੇ ਅੰਦਰ ਹੰਕਾਰ ਦਾ ਭੂਤ ਸੀ ਤੇ ਮੈਂ ਉਹਨੂੰ ਸੰਗਤ ਦਾ ਜੂਠਾ ਖਾਣਾ ਰੂਪੀ ਦਵਾਈ ਦੇ ਕੇ ਭਜਾ ਰਿਹਾ ਸੀ। ਹੁਣ ਉਹ ਭੱਜ ਗਿਆ ਹੈ ਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਸਦਕਾ ਅੰਦਰ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ। ਇਸ ਕਰਕੇ ਹੁਣ ਸੁੱਚਾ ਖਾਣਾ ਹੀ ਖਾਣਾ ਸੋਭਦਾ ਹੈ। ਇਸ ਕਰਕੇ ਮੈਂ ਹੁਣ ਸੁੱਚਾ ਖਾਣਾ ਖਾਂਦਾ ਹਾਂ। ਇੰਨੀ ਘਾਲਣਾ ਘਾਲੀ ਭਾਈ ਜੋਧ ਜੀ ਨੇ ਕਿ ਸਾਰੇ ਸਿੱਖ ਇਹਨੂੰ ਜੋਧ ਦੇਵਤਾ ਕਹਿ ਕੇ ਬੁਲਾਉਣ ਲੱਗ ਗਏ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ, ਜੋਧ ਰਸੋਈਆ ਦੇਵਤਾ, ਗੁਰ ਸੇਵਾ ਕਰ ਦੁੱਤਰ ਤਾਰੀ, ਪੂਰੇ ਸਤਿਗੁਰ ਪੈਜ ਸਵਾਰੀ। ਇਸ ਪ੍ਰਕਾਰ ਕਈ ਗੁਰਸਿੱਖ ਸਤਿਗੁਰੂ ਜੀ ਦੀ ਸ਼ਰਣੀ ਆ ਕੇ ਆਪਣੇ ਜੀਵਨ ਨੂੰ ਸਫਲ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।